ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰਾ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਾਰਨ ਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਨਾ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਇੱਕ ਦਿਨ ਸ਼੍ਰੀ ਅੰਗਦ ਗੁਰੂ ਗਮਨੇ ਗੋਇੰਦਵਾਲ ਸੇਵਕ ਕੋ ਦਰਸ਼ਨ ਦਿਓ ਕਹਿ ਸੁਨ ਬਚਨ ਰਸਾਲ ਇੱਕ ਦਿਨ ਸ਼੍ਰੀ ਅੰਗਦ ਗੁਰੂ ਗਮਨੇ ਗੋਇੰਦਵਾਲ ਸੇਵਕ ਕੋ ਦਰਸ਼ਨ ਦਿਓ ਕਹਿ ਸੁਨ ਬਚਨ ਰਸਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਜਗ ਦਾਤੇ ਕਿਰਪਾ ਦੇ ਖਜ਼ਾਨੇ
ਦਇਆ ਨਿਧ 10 ਪਾਤਸ਼ਾਹੀਓ ਜੀ ਕੇ ਪਾਵਨ ਪਵਿੱਤਰ ਸਰੂਪ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਬਹੁਤ ਵੱਡੇ ਭਾਗਾਂ ਦੇ ਸਦਕਾ ਹੀ ਗੁਰੂ ਗਰੀਬ ਨਵਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨੇ ਦਾ ਪਾਵਨ ਪਵਿੱਤਰ ਸੁਭਾਗ ਨੇਤਰਾਂ ਨੂੰ ਪ੍ਰਾਪਤ ਹੋ ਰਿਹਾ ਹੈ। ਗੁਰੂ ਗਰੀਬ ਨਵਾਜ ਸਤਿਗੁਰਾਂ ਦੇ ਦਰ ਘਰ ਦੀ ਕੀਰਤ ਵਡਿਆਈ ਸ਼ਰਵਣ ਕਰਨ ਵਾਸਤੇ ਆਪ ਨਿਤਾ ਪ੍ਰਤੀ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਸ਼ਰਨ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣਦੇ ਹੋ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਉਹੀ ਸਮਾਂ ਸਫਲਾ ਹੈ ਜੇ ਸਮੇਂ ਦੇ ਵਿੱਚ ਇਸ਼ਟ ਦੇਵ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਯਾਦ ਆਵੇ। ਇੱਕ ਕੜੀ ਨਾ ਮਿਲਤੇ ਤਾ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇਤੁਦ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਇਹ ਖਾਲਸਾ ਜੀ ਪ੍ਰੇਮ ਦੇ ਲੱਛਣ ਹਨ। ਜਿੱਥੇ ਪ੍ਰੇਮ ਹੈ ਉਥੇ ਸਾਧ ਸੰਗੀ ਬੱਧਾ ਚੱਟੀ ਨਹੀਂ। ਪ੍ਰੇਮ ਦਾ ਬੱਝਾ ਹੋਇਆ ਜਿਹੜਾ ਪ੍ਰੇਮੀ ਹੈ ਆਪਣੇ ਪਿਆਰੇ ਦੇ ਦਰਸ਼ਨਾਂ ਦੀ ਤਾਂਘ ਹਿਰਦੇ ਵਿੱਚ ਰੱਖ ਕਰਕੇ ਅਵਸ਼ ਦਰਸ਼ਨ ਕਰਨ ਆਉਂਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਗਾਥਾ ਆਪ ਜੀ ਲੰਮੇ ਸਮੇਂ ਤੋਂ ਸ਼ਰਵਣ ਕਰ ਰਹੇ ਹੋ। ਜਥਾ ਪ੍ਰਸੰਗ ਖਾਲਸਾ ਜੀ ਆਪਾਂ ਪਿਛਲੇ ਦੀਵਾਨ ਅੰਦਰ ਵਿਚਾਰਿਆ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਖਹਿਰੇ ਜੱਟਾਂ ਦੇ ਕਹੇ ਤੇ ਚਾਹੇ ਖਡੂਰ ਨਗਰ ਇੱਕ ਵਾਰੀ ਤਿਆਗ ਦਿੱਤਾ ਸੀ, ਪਰ ਮਹਾਰਾਜ ਜੀ ਓਡੇ ਹੀ ਵੱਡੇ ਦਇਆ ਦੇ ਸਮੁੰਦਰ ਹਨ। ਜਦੋਂ ਇਹ ਆਣ ਕੇ ਬੇਨਤੀਆਂ ਕੀਤੀਆਂ, ਮਹਾਰਾਜ ਸਾਥੋਂ ਭੁੱਲ ਹੋ ਗਈ, ਕਿਰਪਾ ਕਰਕੇ ਸਤਿਗੁਰੂ ਜੀ ਸਾਡੀ ਭੁੱਲ ਨੂੰ ਬਖਸ਼ੋ ਤੇ ਆਪ ਜੀ ਨਗਰ ਨੂੰ ਭਾਗ ਲਾਓ। ਸੱਚੇ ਸਤਿਗੁਰਾਂ ਨੇ ਉਸੇ ਵੇਲੇ ਖਾਲਸਾ ਜੀ ਸੰਗਤ ਦੀ ਬੇਨਤੀ ਮੰਨ ਆਪਣਾ ਪਲੰਘਾ ਚਵਾ ਕਰਕੇ ਖਡੂਰ ਸਾਹਿਬ ਨੂੰ ਚਾਲਾ ਮਾਰਿਆ। ਰਸਤੇ ਵਿੱਚ ਜਾਂਦੇ ਹੋਏ ਮਹਾਰਾਜ ਜੀਆਂ ਨੇ ਖੀਵਾ ਭੱਲੇ ਨਾਮ ਦੇ ਸਿੱਖ ਦੇ ਘਰ ਨੂੰ ਭਾਗ ਲਾਏ। ਉਸ ਦੇ ਘਰੋਂ ਪ੍ਰਸ਼ਾਦਾ ਜਲ ਪਾਣੀ ਛਕਿਆ। ਜਥਾ ਪ੍ਰਸੰਗ ਆਪਾਂ ਵਿਚਾਰਿਆ ਕਿ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਖਡੂਰ ਸਾਹਿਬ ਤੋਂ ਜਦੋਂ ਆਗਿਆ ਲੈ ਸ੍ਰੀ ਅੰਗਦ ਪਾਤਸ਼ਾਹ ਜੀ ਪਾਸੋਂ ਗੋਇੰਦਵਾਲ ਸਾਹਿਬ ਨੂੰ ਗਏ, ਉੱਥੇ ਇੱਕ ਅਦਭੁਤ ਘਟਨਾ ਘਟੀ। ਮਹਾਰਾਜ ਦੇ ਚਰਨਾਂ ਨੂੰ ਕਿਸੇ ਨਿਰਜੀਵ ਪ੍ਰਾਣੀ ਦੀ ਹੱਡੀ ਲੱਗਣ ਕਰਕੇ ਉਹ ਸਤੋਗਤੀ ਨੂੰ ਪ੍ਰਾਪਤ ਹੋਇਆ। ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਤਾਈਂ ਇਹ ਖਬਰ ਪੁੱਜੀ। ਸਤਿਗੁਰਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਇਹ ਬਚਨ ਕੀਤੇ ਕਿ ਹੇ ਅਮਰਦਾਸ ਜੀ, ਤੁਸੀਂ ਨਾਮ ਹੀ ਚਾਹੋ ਤਾਂ ਵੀ ਤੁਹਾਡਾ ਸਰੂਪ ਹੀ ਕਰਾਮਾਤ ਹੈ। ਇਸ ਕਰਕੇ ਤੁਸੀਂ ਹੁਣ ਨਿਤਾ ਪ੍ਰਤੀ ਜਿਹੜਾ ਖਡੂਰ ਸਾਹਿਬ ਚੱਲ ਕੇ ਆਉਂਦੇ ਹੁਣ ਨਾ ਆਓ। ਅਸੀਂ ਖੁਦ ਜਿਹੜੇ ਹੈ ਤੁਹਾਨੂੰ ਦਰਸ਼ਨ ਦੇਣ ਵਾਸਤੇ ਗੋਇੰਦਵਾਲ ਸਾਹਿਬ ਆਵਾਂ ਕਰਾਂਗੇ ਜਦੋਂ ਤੁਸੀਂ ਯਾਦ ਕਰੋਗੇ। ਕੁਝ ਕੁ ਦਿਨ ਤਾਂ ਸ੍ਰੀ ਅਮਰਦਾਸ ਜੀਆਂ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਬਤੀਤ ਕਰ ਲਏ, ਪਰ ਰਿਹਾ ਨਾ ਜਾਵੇ। ਜਦੋਂ ਮਨ ਕਰਕੇ ਬੜਾ ਭਿੱਜ ਕੇ ਯਾਦ ਕੀਤਾ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਆਪਣਾ ਬਿਰਦ ਸੰਭਾਲਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗਏ।
ਸਤਿਗੁਰਾਂ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ, ਬਚਨ ਬਿਲਾਸ ਕੀਤੇ। ਕੁਝ ਸਮਾਂ ਬਤੀਤ ਕੀਤਾ, ਇੱਥੋਂ ਫਿਰ ਮੁੜ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਖਡੂਰ ਸਾਹਿਬ ਜਦ ਆਏ, ਸ੍ਰੀ ਅਮਰਦੇਵ ਜੀ ਵੀ ਨਾਲ ਸੱਚੇ ਪਾਤਸ਼ਾਹ ਜੀ ਆਏ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਆਪਣੇ ਸੱਜੇ ਹੱਥ ਵਿੱਚ ਸਤਿਗੁਰਾਂ ਦਾ ਖੱਬਾ ਹੱਥ ਪਕੜ ਕਰਕੇ ਚੱਲੇ ਜਾ ਰਹੇ ਹੈ, ਬਹੁਤ ਅਦਬ ਸਤਿਕਾਰ ਦੇ ਨਾਲ ਬਰਾਬਰ। ਥੋੜਾ ਪਿੱਛੇ ਹੀ ਰਹਿੰਦੇ ਆ। ਜਦੋਂ ਜੀਵ ਆਪਾਂ ਆਮ ਹੀ ਸੁਭਾਇਕ ਤੁਰਦੇ ਹਾਂ, ਸਾਡਾ ਸੁਭਾਅ ਹੁੰਦਾ ਬਾਹਾਂ ਡੋਲੇ ਮਾਰਦੀਆਂ ਹਨ। ਸ੍ਰੀ ਅਮਰਦਾਸ ਜੀ ਮਹਾਰਾਜ ਦੀ ਖੱਬੀ ਬਾਂਹ ਨੇ ਜਦੋਂ ਡੋਲਾ ਮਾਰਿਆ, ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਸੁਭਾਇਕ ਹੀ ਉਹ ਡੋਲਾ ਮਾਰੇ, ਬਾਂਹ ਅੱਗੇ ਚਲੀ ਜਾਵੇ, ਫਿਰ ਪਿੱਛੇ ਆਵੇ, ਫਿਰ ਅੱਗੇ ਚਲੀ ਜਾਵੇ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਬਹੁਤ ਦੁੱਖ ਮਨਾਇਆ, ਹਿਰਦੇ ਵਿੱਚ ਵਿਚਾਰ ਕੀਤੀ ਕਿ ਇਸ ਗੁਸਤਾਖ ਸਾਡੀ ਬਾਜੂ ਨੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਅਪਮਾਨ ਅਵੱਗਿਆ ਕੀਤੀ ਹੈ। ਇਸ ਕਰਕੇ ਅਸੀਂ ਇਸ ਬਾਂਹ ਨੂੰ ਹੁਣ ਭੁੱਲ ਹੀ ਜਾਣਾ ਹੈ, ਨਹੀਂ ਇਸ ਤੋਂ ਕਦੇ ਕੰਮ ਲਵਾਂਗੇ। ਕਵੀ ਜੀ ਕਹਿੰਦੇ ਉਸ ਤੋਂ ਬਾਅਦ ਸ੍ਰੀ ਅਮਰਦਾਸ ਜੀ ਉਸ ਬਾਂਹ ਤੋਂ ਥੋੜਾ ਵੀ ਕੰਮ ਨਾ ਲਿਆ, ਛਾਤੀ ਨਾਲ ਲਾ ਕੇ ਰੱਖਦੇ ਖੱਬਾ ਹੱਥ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੂੰ ਜਦੋਂ ਅੰਤਰਜਾਮੀ ਪਾਤਸ਼ਾਹ ਜੀਆਂ ਜਾਣਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਪ੍ਰਣਧਾਰੀ ਬੈਠੇ ਹੈ, ਸਤਿਗੁਰਾਂ ਨੇ ਫਿਰ ਵਰਜ ਦਿੱਤਾ ਸੀ। ਤੋ ਇਸੇ ਪ੍ਰਕਾਰ ਇਹ ਪ੍ਰਕਰਨ ਖਾਲਸਾ ਜੀ ਆਪਾਂ ਸਭ ਸੰਗਤਾਂ ਰਲ ਮਿਲ ਕਰਕੇ ਵਿਚਾਰਿਆ ਕਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅਮਰਦਾਸ ਜੀ ਪ੍ਰੇਮੀ ਹਨ, ਕਿੰਨਾ ਮੋਹ ਤੇ ਹੈ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਦਾ। ਅੱਗੇ ਜਥਾ ਪ੍ਰਸੰਗ ਖਾਲਸਾ ਜੀ ਆ ਰਿਹਾ ਹੈ। ਛੀਹਾਂ ਉੱਪਰ ਜਿਹੜਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਵੀ ਸਿੱਖ ਰਿਹਾ, ਇਹਨੂੰ ਕਿਵੇਂ ਮਹਾਰਾਜ ਜੀ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰਦੇ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ। ਬੜੋ ਜੋਤੀ ਜੋਤ ਸਮਾਵਣੇ ਦੀਆਂ ਮਹਾਰਾਜ ਜਿਵੇਂ ਤਿਆਰੀਆਂ ਜਥਾ ਕਰਦੇ ਹਨ, ਸਾਰਾ ਪ੍ਰਸੰਗ ਅੱਗੇ ਆ ਰਿਹਾ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਆਖਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਸ਼੍ਰੀ ਅੰਗਦ ਗੁਰੂ। ਕਵੀ ਜੀ ਅੱਗੇ ਪ੍ਰਸੰਗ ਤੋਰਦੇ ਹੈ। ਇੱਕ ਦਿਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗਮਨੇ ਗੋਇੰਦਵਾਲ। ਜਦੋਂ ਕਿਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਭਿੱਜ ਕੇ ਚੇਤਾ ਕੀਤਾ ਤੋ ਮਹਾਰਾਜ ਦੇ ਪ੍ਰੇਮ ਨੂੰ ਵੇਖਦਿਆਂ ਹੋਇਆਂ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਰਸ਼ਨ ਦੇਣ ਵਾਸਤੇ ਗੋਇੰਦਵਾਲ ਦੀ ਧਰਤੀ ਤੇ ਪਹੁੰਚੇ ਐ। ਸੇਵਕ ਕੋ ਦਰਸ਼ਨ ਦਿਓ। ਜਿੱਥੇ ਇਹਨਾਂ ਦੇ ਸੇਵਕ ਪਰਮ ਪੂਜਨੀਕ ਸ੍ਰੀ ਅਮਰਦਾਸ ਜੀ ਰਹਿੰਦੇ ਹਨ, ਤਿਨਾਂ ਨੂੰ ਮਹਾਰਾਜ ਨੇ ਦਰਸ਼ਨ ਬਖਸ਼ਿਸ਼ ਕੀਤੇ ਐ। ਕਹਿ ਸੁਨ ਬਚਨ ਰਸਾਲ। ਆਪਸ ਵਿੱਚ ਬੜੇ ਸੁੰਦਰ ਮਿੱਠੇ ਬਚਨ ਕਹੇ ਐ, ਮਹਾਰਾਜ ਨੇ ਕੁਝ ਸੁਣੇ ਹਨ। ਚੌਪਈ ਸਹਿਜ ਸੁਭਾਇਕ ਆਵਤ ਚੱਲੇ। ਦਰਸ਼ਨ ਦੇ ਕੇ ਸ੍ਰੀ ਅਮਰਦਾਸ ਜੀ ਮਹਾਰਾਜ ਨੂੰ ਇਥੋਂ ਚੱਲੇ ਆ ਗੋਇੰਦਵਾਲ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਮਗ ਮਹਿ ਸਿੰਘਾਂ ਉੱਪਲ ਮਿਲੇ। ਖਡੂਰ ਸਾਹਿਬ ਆਉਂਦਿਆਂ ਹੋਇਆਂ ਇੱਥੇ ਨਗਰ ਦੇ ਬਾਹਰ ਵਰ ਇੱਕ ਸਿੰਘਾਂ ਉੱਪਲ ਨਾਮ ਦਾ ਸਿੱਖ ਮਿਲਿਆ ਹੈ। ਦੇਖਤ ਹੀ ਪਗ ਬੰਧਨ ਕਰੀ। ਉਹਨੇ ਜਦੇ ਹੀ ਮਹਾਰਾਜ ਨੂੰ ਵੇਖਿਆ ਆਉਂਦਿਆਂ ਚਰਨਾਂ ਤੇ ਮੱਥਾ ਟੇਕਿਆ ਹੈ। ਭਇਓ ਨਮਰ ਅਰ ਸ਼ਰਧਾ ਧਰੀ। ਹਿਰਦੇ ਵਿੱਚ ਬੜੀ ਸ਼ਰਧਾ ਧਾਰੀ ਤੇ ਨਿਮਰਤਾ ਸਹਿਤ ਹੋਇਆ। ਇੱਕ ਸਾ ਸ਼ਾਂਗ ਸੰਗ ਤਹ ਅਹੇ। ਸਾਰੇ ਨਾਲ ਹੀ ਮਗਰਲੇ ਪਾਸੇ 100 ਜਿਹੜਾ ਨਾ ਉਹ ਬੱਕਰਾ ਆਪਦੇ ਪਿੱਛੇ ਸ਼ੀਹਾਂ ਉੱਪਰ ਲਾ ਕੇ ਲਈ ਆਉਂਦਾ ਹੈ। ਜਿਨ ਕਹਾ ਸਤਿਗੁਰੂ ਦੇਖ ਗੁਰੂ ਬਚ ਕਹੇ। ਤੇ ਗੁਰੂ ਅੰਗਦ ਪਾਤਸ਼ਾਹ ਜੀਆਂ ਸ਼ੀਹ ਉੱਪਰ ਦੇ ਨਾਲ ਜਿਹੜਾ 100 ਬੱਕਰਾ ਲਈ ਆਉਂਦਾ,
ਇਹਦੇ ਵੱਲ ਵੇਖ ਕੇ ਮਹਾਰਾਜ ਜੀ ਬੋਲੇ ਆ, ਹੋਸ਼ੀਆਂ ਇਹੋ ਕਿਤ ਤੇ ਲਿਆਏ। ਹੇ ਸ਼ੀਹਾਂ ਉਪਲ, ਆ ਜਿਹੜਾ ਸ਼ੌ ਬੱਕਰਾ ਲੈ ਕੇ ਆ ਰਹੇ ਆ, ਕਿੱਥੋਂ ਲੈ ਆਇਆ ਹੈ? ਕਿਆ ਕੀਨਸ ਇਨ ਕੋ ਸਮੁਦਾਏ। ਤੇ ਐਨੇ ਹਮ ਬੱਕਰੇ ਜੇ ਕਾਹਨੂੰ ਇਕੱਠੇ ਕੀਤੇ ਹੋਏ ਆ? ਸੁਨ ਕਰ ਜੋਰੇ ਕਹਿਓ ਬ੍ਰਤਾਂਤ। ਉਹ ਸ਼ੀਹੇ ਉੱਪਰ ਨੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਇਹ ਲਿਆਉਣ ਦਾ, ਇਹਨਾਂ ਨੂੰ ਇਕੱਠੇ ਕਰਨ ਦਾ ਸਭ ਪ੍ਰਸੰਗ ਦੱਸਣ ਲੱਗਿਆ ਹੈ। ਹੇ ਸ਼੍ਰੀ ਸਤਿਗੁਰ ਜੀ ਭਗਵੰਤ। ਇਹ ਖਟ ਭਗਾ ਸੰਪੰਨ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀਓ, ਮੋਹੇ ਪੁੱਤਰ ਕੋ ਮੁੰਡਨ ਹੈ। ਜਿਹੜਾ ਮੇਰਾ ਪੁੱਤਰ ਹੈ ਇੱਥੇ ਮੁੰਡਣ ਆਇਆ ਗਿਆਨੀ ਗਿਆਨ ਸਿੰਘ ਜੀਆਂ, ਜਾਂ ਜਿਹੜਾ ਹੈ ਇਸੇ ਪ੍ਰਕਾਰ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀਆਂ ਨੇ, ਅਤੇ ਮਹਿਮਾ ਪ੍ਰਕਾਸ਼ ਸਰੂਪ ਦਾਸ ਭੱਲੇ ਜੀ ਦਾ ਹੈ। ਉਹਦੇ ਵਿੱਚ ਉਹ ਮੰਗਣਾ ਆਇਆ ਹੈ, ਇਉਂ ਮੰਗਣਾ ਹੀ ਜਾਣਨਾ ਹੈ। ਭਾਈ ਸ਼ੀਹਾਂ ਉੱਪਲ ਜੀ ਕਹਿੰਦੇ ਆ, ਮਹਾਰਾਜ ਗੁਰੂ ਅੰਗਦ ਪਾਤਸ਼ਾਹ ਜੀ, ਮੇਰੇ ਮਹਾਰਾਜ ਪੁੱਤਰ ਦਾ ਇਉਂ ਮੰਗਣਾ ਹੈ। ਬੜ ਉਤਸ਼ਾਹ ਕਰਿਓ ਹਮ ਚਾਹੈ। ਤੇ ਇਸ ਕਰਕੇ ਪਰਿਵਾਰ ਦੀ ਰੀਤੀ ਅਨੁਸਾਰ ਅਸੀਂ ਵੱਡਾ ਉਤਸ਼ਾਹ, ਸਾਨੂੰ ਸਾਰਿਆਂ ਨੂੰ ਚਾਹ ਦੇ ਨਾਲ ਹੀ ਮੰਗਣਾ ਕਰਨਾ ਹੈ। ਹਮਰੀ ਕੁਲ ਸਭ ਇਕੱਠੀ ਹੋਏ। ਤੇ ਸਾਡੇ ਉਪਲਾਂ ਦੀ ਸਾਰੀ ਕੁਲ ਜਿਹੜਾ ਖਾਨਦਾਨ ਹੈ ਨਾ, ਦੂਰੋਂ ਨੇਰੋਂ ਸ਼ਰੀਕਾ ਸਾਕ ਸਭ ਇਕੱਠੇ ਹੋਣੇ ਆ। ਵੱਡੇ ਹਮਾਰਨ ਕੀ ਵਿਦ ਸੋਏ। ਤੇ ਸਾਡੇ ਵੱਡੇ ਵਡੇਰਿਆਂ ਦੀ ਜਿਹੜੀ ਰੀਤੀ ਹੈ, ਇਸ ਵਿਦ ਕਰਨ ਅਹਿ ਵਿਵਹਾਰ। ਉਹ ਇਹ ਹੈ ਕਿ ਅਸੀਂ ਜਦੋਂ ਵੀ ਉਹ ਕਰਦੇ ਆ ਮੰਗਣ ਆਦਿਕ ਵਿਵਾਹ, ਤੇ ਇਸੇ ਤਰ੍ਹਾਂ ਬੜਾ ਭਾਰੀ ਕੀਤਾ ਜਾਂਦਾ ਹੈ। ਇਹੋ ਜਿਹੇ ਵਿਹਾਰ ਕਰੀਦੇ ਆ। ਆਵਹਿ ਆਮਿਖ ਕਰਹਿ ਆਹਾਰ। ਤੇ ਜਿਹੜੇ ਸਾਡੇ ਉਹ ਸਾਕ ਸੰਬੰਧੀ ਆਉਂਦੇ ਆ, ਸਾਰੇ ਆਉਂਦੇ ਆ, ਤੇ ਇਹ 100 ਜਿਹੜਾ ਬੱਕਰਾ ਵਾ ਸਾਡੇ ਵੱਢਿਆ ਜਾਂਦਾ ਹੈ। ਆਇਆਂ ਤੋਂ ਫਿਰ ਉਹਨਾਂ ਨੂੰ ਇਹ ਭੋਜਨ ਪਰੋਸ ਕੇ ਦਿੱਤਾ ਜਾਂਦਾ ਹੈ। ਸਦਾ ਜਠੇਰਨ ਰੀਤ ਹਮਾਰੇ। ਸਾਡੇ ਹੁਣ ਨਹੀਂ, ਇਹ ਮਹਾਰਾਜ ਵੱਡਿਆਂ ਵਡੇਰਿਆਂ ਤੋਂ ਇਹ ਰੀਤੀ ਚੱਲੀ ਆਉਂਦੀ ਹੈ। ਓਦਨ ਆਮਿਖ ਦੇਹ ਆਹਾਰੇ। ਤੇ ਉਸ ਦਿਨ ਜਿਹੜਾ ਵਾ 100 ਬੱਕਰਾ ਵੱਢ ਕਰਕੇ ਅਸੀਂ ਇਹ ਸਭ ਇਹਦਾ ਭੋਜਨ ਕਰਵਾਈਦਾ ਹੈ। ਮਾਸ ਉਹ ਹੱਡ ਜੇ ਪਰੋਸ ਕੇ ਦਈਦੇ ਆ। ਖੁਸ਼ੀ ਅਨੇਕ ਪ੍ਰਕਾਰਨ ਹੋਏ। ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਹੁੰਦੀਆਂ ਹਨ। ਇਉਂ ਕਹੋ ਇਹਨਾਂ ਦੀ ਆਓ ਭਗਤ ਕਰੀਦੀ, ਘਰ ਆਏ ਸ਼ਰੀਕੇ ਦੀ। ਹੋਏ ਮੇਲ ਕੁਲ ਕੇ ਸਭ ਕੋਏ। ਤੇ ਸਾਡੀ ਸਾਰੀ ਕੁਲ ਜਿਹੜੀ ਵਾ ਸਭ ਮੇਲ ਹੁੰਦਾ ਹੈ, ਸਭ ਇਕੱਠੇ ਇੱਕ ਥਾਂ ਜੁੜ ਬੈਠਦੇ ਆ। ਸੁਣ ਕਰ ਬਿਕਸੇ ਗੁਰੂ ਕਿਰਪਾਲ। ਸ਼ੀਹੇ ਭਾਈ ਤੋਂ ਸੁਣ ਕਰਕੇ ਕਿਰਪਾ ਦੇ ਘਰ ਗੁਰੂ ਅੰਗਦ ਪਾਤਸ਼ਾਹ ਜੀ ਹੱਸੇ ਐ। ਭਲੋ ਕਰਨ ਹਿਤ ਕਹਿ ਤਿਸ ਕਾਲ। ਤੇ ਮਹਾਰਾਜ ਜੀ ਦਾ ਭਲਾ ਕਰਨ ਵਾਸਤੇ ਮੁਖੋਂ ਬਚਨ ਕੀਤੇ ਐ। ਇਤਨੇ ਜੀਵਨ ਹਿੰਸਾ ਕਰੈ। ਕਹਿੰਦੇ ਸ਼ੀਹੇ ਉੱਪਰ ਹੁਣ ਇੰਨੇ ਜੀਵਾਂ ਦਾ 100 ਬੱਕਰਾ ਜਿਹੜਾ ਵਾ, ਵੇਖ ਕਿੱਥੇ ਇਹਨਾਂ ਦੀ ਜਾਨ ਦੀ ਕੀਮਤ ਆ। 100 ਜੀਵਾਂ ਨੂੰ ਹੁਣ ਤੂੰ ਹਲਾਕ ਕਰੇਗਾ, ਮਾਰੇਗਾ, ਜੀਵ ਹੱਤਿਆ ਕਰੇਗਾ। ਪਾਪ ਵਿਸ਼ਾਲ ਆਪਨ ਸਿਰ ਧਰੈ। ਤੇ ਕਿਉਂ ਐਡਾ ਵੱਡਾ ਪਾਪ ਤੂੰ ਆਪਦੇ ਸਿਰ ਧਾਰਦਾ ਹੈ। ਅਬ ਤੋ ਸਗਮ ਜਾਣੀਐ ਕਰਿਬੋ। ਤੇ ਇਸ ਪ੍ਰਕਾਰ ਜਿਹੜਾ ਨਾ ਹੁਣ ਤਾਂ ਤੂੰ ਜਾਣਨਾ ਹੈ, ਜਿਹੜਾ ਇਸ ਪ੍ਰਕਾਰ ਵੀ ਤੂੰ ਸ਼ਗਨ ਜਾਣਦਾ ਹੈ। ਤੋ ਇਸ ਕਰਕੇ ਤੂੰ ਜਿਹੜਾ ਐਡਾ ਭਾਰੀ ਜਾਣਦਾ ਹੋਇਆ ਵੀ ਜੀਵਾਂ ਦੀ ਹੱਤਿਆ ਕਰਦਾ ਹੈ। ਅੰਤ ਮਹਾ ਦੁਖ ਨਰਕ ਨ ਪਰਬੋ। ਹੁਣ ਤਾਂ ਸ਼ਗਨ ਜਾਣ ਕੇ ਕਰਦਾ ਹੈ ਨਾ, ਤੇ ਅੰਤਲੇ ਸਮੇਂ ਮਹਾਨ ਕੁੰਭੀ ਨਰਕ ਦਾ ਭਾਗੀ ਇਹੋ ਜਿਹੀ ਪਾਪ ਬਣਾਵਣਗੇ। ਦੇਹ ਸ਼ਾਸਨਾ ਜਿਮ ਕੇ ਦੂ ਜਮ ਕੇ ਦੂਤ। ਜਿਹੜੇ ਜਮ ਦੇ ਦੂਤ ਵੈ ਉਹ ਫਿਰ ਸ਼ਾਸਨਾ ਦਿੰਦੇ ਆ, ਬੜੀ ਭਾਰੀ ਤਾੜਨਾ ਕਰਦੇ ਆ। ਤਹਾ ਨ ਪਹੁੰਚੇ ਬੰਧਪ ਪੂਤ। ਤਾੜਨਾ ਭਾਵ ਜਿਹੜਾ ਵੈ ਸ਼ਾਸਨਾ ਤਾੜਨਾ ਡੰਡ ਨੂੰ ਕਹਿੰਦੇ ਆ, ਡੰਡ ਦੇਣਗੇ ਫਿਰ। ਤੇ ਉਥੇ ਜਿਨ੍ਹਾਂ ਨੂੰ ਆ ਬੱਕਰੇ ਖਵਾਉਣੇ ਆ ਨਾ, ਤੂੰ ਪੁੱਤਰ ਤੇਰੇ ਰਿਸ਼ਤੇਦਾਰ ਇਹਨਾਂ ਚੋਂ ਕਿਸੇ ਉਥੇ ਨਾਲ ਨਹੀਂ ਖੜਨਾ ਹੈ। ਜਿਨ ਕੇ ਹਿਤ ਅਗ ਕਰਮ ਕਮਾਏ। ਜਿਨ੍ਹਾਂ ਦੇ ਵਾਸਤੇ ਅੱਜ 100 ਬੱਕਰਾ ਵੱਡ ਜਿਨ੍ਹਾਂ ਨੂੰ ਖਵਾਉਣਾ, ਉਥੇ ਨਹੀਂ ਕਿਸੇ ਤੇਰੇ ਨਾਲ ਜਾਣਾ। ਤਹਾਂ ਨ ਰੰਚਕ ਹੋਏ ਸਹਾਏ। ਥੋੜੇ ਮਾਤਰ ਵੀ ਇਹ ਤੇਰੇ ਸਾਕ ਸੰਬੰਧੀਆਂ ਨੇ, ਇਹ ਉਥੇ ਜਿੱਥੇ ਸਜ਼ਾ ਮਿਲਣੀ ਵੈ ਲੇਖਾ ਉਥੇ ਇਕੱਲੇ ਨੂੰ ਦੇਣਾ ਪੈਣਾ। ਉਥੇ ਇਹਨਾਂ ਨੇ ਤੇਰੇ ਨਾਲ ਨਹੀਂ ਜਿਹੜਾ ਹੈ ਸਹਾਈ ਹੋਣਾ। ਸੁਖ ਭੋਗਾਂਗੇ ਸਗਰੇ ਲੋਕ। ਬੱਕਰੇ ਜੇ ਖਾ ਕੇ ਤਾਂ ਇੱਥੇ ਸੁਖ ਭੋਗ ਜਾਣਗੇ ਖਾ ਪੀ ਕੇ। ਆਪਦਾ ਪਰਹਿ ਤੋਹੇ ਵੱਡ ਸ਼ੋਕ। ਤੇ ਜਿਹੜਾ ਨਾ ਉਹ ਨਰਕਾਂ ਦਾ ਯੱਬ ਤੇਰੇ ਗਲ ਜਾ ਪੈਣਾ ਹੈ, ਤੇ ਵੱਡਾ ਸੋਗ ਹੋਵੇਗਾ, ਬੜਾ ਦੁੱਖ ਤੇਰੇ ਗਲ ਪੈਣਾ ਹੈ। ਧਰਮ ਰਾਏ ਜਬ ਕਰਹਿ ਲੇਖਾ। ਜਦੋਂ ਕਿਤੇ ਧਰਮ ਰਾਏ ਫਿਰ ਤੇਰਾ ਲੇਖਾ ਕਰੇਗਾ। ਲਹਿ ਮਹਾ ਦੁਖ ਰਹਿ ਨ ਸ਼ੇਖਾ। ਵੇਖੀ ਕਿੱਡਾ ਦੁੱਖ ਪ੍ਰਾਪਤ ਕਰੇਗਾ। ਸੇਖਾ ਬਾਕੀ ਨਹੀਂ ਰਹਿ ਜਾਣਾ ਕੋਈ ਦੁੱਖ ਦੇਣ ਵਾਲਾ।
ਇੰਨੇ ਭਾਰੀ ਕੋਈ ਕਸਰ ਨਹੀਂ ਰਹੇਗੀ। ਇਹਨਾਂ ਦਾ ਕੀ ਪਾਪ ਦਾ ਫਲ ਜਿਹੜਾ ਬੜਾ ਕਠਿਨ ਦੁਸਤਰ ਮਿਲੇਗਾ। ਸੁਨ ਸ਼ੀਹੇ ਭੈ ਧਾਰ ਬਡੇਰੇ। ਮਹਾਰਾਜ ਦੇ ਬਚਨ ਸੁਣ ਕੇ ਸ਼ੀਹ ਉਪਲ ਨੇ ਬੜਾ ਭੈੜਾ ਮਨ ਵਿੱਚ ਡਰ ਜਿਹਾ ਧਾਰਿਆ ਹੈ। ਕਹਿਓ ਕਰਾਂ ਜਸ ਆਇਸ ਤੇਰੇ। ਤੇ ਕਹਿੰਦਾ ਮਹਾਰਾਜ ਜਿਵੇਂ ਤੁਸੀਂ ਆਖੋਗੇ ਉਸੇ ਤਰ੍ਹਾਂ ਹੀ ਕਰਾਂਗੇ, ਭੁੱਲ ਹੋ ਗਈ ਹੈ। ਸ੍ਰੀ ਗੁਰ ਕਹਾਂ ਕਰਾ ਉਪਚਾਰ। ਮਹਾਰਾਜ ਫਿਰ ਤੁਸੀਂ ਆਪ ਹੀ ਕੋਈ ਹੱਲ ਉਪਚਾਰ ਕਰੋ ਵੀ ਸਾਡੀ ਨੱਕ ਰਹਿ ਜਾਵੇ ਸ਼ਰੀਕੇ ਦੇ ਵਿੱਚ, ਜਿਸ ਤੇ ਹੋਏ ਨਾ ਜੀਵ ਸੰਘਾਰ। ਤੇ ਨਾਲੇ ਜੀਵਾਂ ਦਾ ਵੀ ਸੰਘਾਰ ਨਾ, ਪੁੱਤਰ ਦਾ ਮੰਗਣਾ ਵੀ ਭੁਗਤ ਜਾਵੇ, ਤੇ ਆ ਜਿਹੜੇ ਬੱਕਰੇ ਵੀ ਨਾ ਵੱਢਣੇ ਪੈਣ। ਨੇਕੀ ਬਾਤ ਆਪ ਮੁਝ ਕਹੋ। ਕੋਈ ਮਹਾਰਾਜ ਆਪਨੇ ਵੈਸੇ ਚੰਗਾ ਉਪਦੇਸ਼ ਭਲੇ ਦਾ ਹੀ ਮੇਰੇ ਖਾਤਰ ਦਿੱਤਾ ਹੈ। ਬਾਚ ਜਿਮ ਰਹਾ ਸੋ ਮੈਂ ਪੀ ਤੇ ਜਹਾਂ। ਮਹਾਰਾਜ ਕੋਈ ਇਹੋ ਜਿਹਾ ਮੈਂ ਵੀ ਚਾਹਣਾ ਹੁਣ ਵੀ ਇਹ ਬੱਕਰੇ ਜੇ ਬਚੇ ਹੀ ਰਹਿਣ, ਨਾ ਇਹਨਾਂ ਨੂੰ ਮਾਰਨਾ ਪਵੇ, ਹੋਹੇ ਨਾ ਪਾਪ ਨਰਕ ਨਹਿ ਪਰਿਆ। ਤੇ ਨਾ ਪਾਪ ਮੇਥੋਂ ਇਹ ਵੱਡਾ ਭਾਰੀ ਹੋਵੇ 100 ਜੀਵਾਂ ਨੂੰ ਮਾਰਨ ਦਾ, ਨਾ ਨਰਕਾਂ ਨੂੰ ਜਾਣਾ ਪਵੇ। ਜੀਵ ਘਾਤ ਤੇ ਚਿਤ ਮਹਿ ਡਰਿਓ। ਮਹਾਰਾਜ ਤੁਹਾਡੇ ਉਪਦੇਸ਼ ਸਦਕਾ ਮੈਂ ਵੀ ਜੀਵ ਘਾਤ ਤੋਂ ਮਨ ਵਿੱਚ ਡਰਦਾ ਹਾਂ। ਆਪ ਸ਼ਕਤ ਧਰ ਹੋ ਸਮਰੱਥ। ਆਪ ਸ਼ਕਤੀਵਾਨ ਹੋ ਮਹਾਰਾਜ, ਸਰਬ ਕਲਾ ਸਮਰੱਥ ਹੋ। ਰਾਖਾ ਮੋਹੇ ਪ੍ਰਭੂ ਦੇਹ ਹੱਥ। ਤੇ ਮਹਾਰਾਜ ਮੇਰੇ ਤੇ ਮਿਹਰ ਭਰਿਆ ਹੱਥ ਰੱਖੋ, ਮੈਨੂੰ ਇਹ ਪਾਪ ਤੋਂ ਬਚਾ ਲਵੋ। ਤੁਮ ਤੇ ਵੱਡੋ ਕਹਾਂ ਮੈਂ ਪਾਵੋ। ਤੁਹਾਡੇ ਵਰਗਾ ਮਹਾਰਾਜ ਸਮਰੱਥ ਬਲੀ ਹੋਰ ਕਿੱਥੇ ਪਾਇਆ ਜਾ ਸਕਦਾ, ਨਹੀਂ ਪ੍ਰਾਪਤ ਹੋਵੇਗਾ। ਕਰਿਓ ਸ਼ਰਨ ਮੈਂ ਨਿਤ ਗੁਣ ਗਾਵਾ। ਤੇ ਸਾਰੇ ਸੰਸਾਰ ਵਿੱਚ ਹੀ ਨਹੀਂ ਤੁਹਾਡੇ ਸਦਰਸ ਕੋਈ, ਇਹ ਜਾਣ ਕੇ ਤੁਹਾਡੀ ਚਰਨੀ ਸ਼ਰਨੀ ਪੈਂਦਾ ਹਾਂ। ਜਿਵੇਂ ਇਹੋ ਜੀਵ ਘਾਤ ਨਹੀਂ ਹੋਵੇ। ਮਹਾਰਾਜ ਜਿਵੇਂ ਆ ਜੀਵਾਂ ਦੀ ਘਾਤ ਨਾ ਹੋਵੇ, ਆ 100 ਬੱਕਰਾ ਨਾ ਮਾਰਨਾ ਪਵੇ। ਨਹੀਂ ਜਠੇਰਨ ਕੋ ਦੁਖ ਜੋਵੈ। ਤੇ ਇਹ ਡਰਦਾ ਸੀਗਾ, ਕਈ ਮਨਾਉਂਦੇ ਆ ਨਾ ਵੀ ਸਾਡੇ ਉਹ ਵੱਡੇ ਰੁੱਸ ਜਾਣਗੇ, ਬੱਕਰਿਆਂ ਦੇ ਕੰਨ ਕੁੰਨ ਵੱਢ ਕੇ ਤਿਲਕ ਜੇ ਵੀ ਲਾਉਂਦੇ ਫਿਰਦੇ ਆ, ਜੰਡੀਆਂ ਬੇਰੀਆਂ ਪੂਜਦੇ ਆ, ਉਹ ਵਡੇਰਿਆਂ ਜਠੇਰਿਆਂ ਤੋਂ ਡਰਦੇ ਆ। ਮਹਾਰਾਜ ਨੂੰ ਕਹਿੰਦਾ ਸ਼ੀਹਾਂ ਉਪਲੇ ਵੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਸੀਗਾ। ਜਦੋਂ ਮਹਾਰਾਜ ਜੀ ਕਰਤਾਰਪੁਰ ਸਾਹਿਬ ਵਾਸਾ ਕੀਤਾ, ਇੱਕ ਇਹ ਸ਼ੀਹਾਂ ਤੇ ਇੱਕ ਨਾਲ ਗੱਜਣ ਨਾਵੇਂ ਸਿੱਖ 2 ਸੱਚੇ ਪਾਤਸ਼ਾਹ ਜੀ ਦੇ ਪਾਸ ਆਏਗੀ, ਸ਼ਾਇਦ ਆਪ ਨੂੰ ਯਾਦ ਹੋਵੇ, ਨਾਨਕ ਪ੍ਰਕਾਸ਼ ਦੇ ਅੰਦਰ। ਤੋ ਉੱਥੇ ਮਹਾਰਾਜ ਨੇ ਇਹਨਾਂ ਨੂੰ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕੀਤਾ ਸੀ। ਪਰ ਕਈ ਵਾਰੀ ਕੀ ਹੁੰਦਾ, ਸੰਗਤ ਨਾ ਕਰਨ ਕਰਕੇ ਸਿੱਖ ਵੀ ਖਾਲਸਾ ਜੀ ਭੈੜੇ ਰੀਤੀ ਰਿਵਾਜਾਂ ਨੂੰ ਤੇ ਰਾਹਾਂ ਨੂੰ ਤੁਰ ਪੈਂਦੇ ਹੀ ਆ। ਹੁਣ ਵੀ ਉਹ ਉਸੇ ਤਰ੍ਹਾਂ ਹੀ ਹੈ। ਔਰ ਇਹ ਵੀ ਇਸੇ ਤਰ੍ਹਾਂ ਹੀ ਉਹ ਜਠੇਰਿਆਂ ਆਦਿਕ ਨੂੰ ਪੂਜਣ ਲੱਗ ਗਿਆ ਸੀ। ਬਾਅਦ ਵਿੱਚ ਮਹਾਰਾਜ ਨੇ ਦੀ ਕਲਿਆਣ ਕੀਤੀ ਔਰ ਮਹਾਰਾਜ ਨੂੰ ਬੇਨਤੀ ਕਰਦਾ, ਸਤਿਗੁਰੂ ਜੀ ਵੀ ਜੇ ਨਾ ਉਹ ਵੱਡੇ ਵਡਾਏ ਬੱਕਰੇ ਜੇ, ਤੇ ਫਿਰ ਮਹਾਰਾਜ ਉਹ ਪਿਛਲੇ ਜਿਹੜੇ ਚੜ੍ਹਾਈ ਕੀਤੇ ਹੁੰਦੇ ਜਿਨ੍ਹਾਂ ਨੂੰ ਜਠੇਰੇ ਵਡੇਰੇ ਆਂਦੇ ਆ, ਉਹਨਾਂ ਤੋਂ ਵੀ ਬਚ ਰਹੀ, ਉਹਨਾਂ ਦਾ ਵੀ ਕੋਈ ਸਾਨੂੰ ਦੁੱਖ ਨਾ, ਕੋਈ ਉਹਨਾਂ ਦੀ ਕਰੋਪੀ ਨਾ ਸਹਿਣੀ ਪਵੇ, ਐਉਂ ਮਹਾਰਾਜ ਨੂੰ ਕਹਿੰਦਾ ਹੈ। ਆਸ ਉਪਾਏ ਅਬ ਆਪ ਅਲਾਵੋ। ਤੇ ਕੋਈ ਇਹੋ ਜਿਹਾ ਉਪਾਅ ਮਹਾਰਾਜ ਜੀ ਆਪ ਜੀ ਦੱਸਣਾ ਕਰੋ, ਕੋਈ ਹੱਲ ਕਰ ਦਵੋ। ਆਪਣੋ ਸੇਵਕ ਜਾਨ ਬਤਾਵੋ। ਮਹਾਰਾਜ ਮੈਨੂੰ ਆਪ ਦਾ ਸੇਵਕ ਜਾਣ ਕੇ ਤੇ ਇਹ ਕੋਈ ਹੱਲ ਕੱਢ ਕੇ ਦੱਸੋ ਵੀ ਇਹ ਜੀਵ 100 ਬੱਕਰਾ ਵੀ ਰਹਿ ਜਾਵੇ, ਤੋ ਕੋਈ ਵੱਡੇ ਵਡੇਰਿਆ ਜਠੇਰੇ ਵੀ ਨਾ ਗੁੱਸੇ ਹੋਣ। ਇਮ ਬਿਨਤੀ ਸੁਨ ਕੈ ਤਿਸ ਕੇਰੀ। ਇਹਨਾਂ ਤੋਂ ਬਿਨਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਈ ਹੈ ਹੱਲ ਜਿਹੜਾ ਆਪ ਕਿਰਪਾ ਕਰਕੇ ਦੱਸੋ। ਤੋ ਇਮ ਬਿਨਤੀ ਸੁਨ ਕੈ ਤਿਸ ਕੇਰੀ। ਗੁਰੂ ਅੰਗਦ ਪਾਤਸ਼ਾਹ ਜੀ ਨੇ ਜਦੋਂ ਸ਼ੀਹੇ ਦੀ ਬੇਨਤੀ ਸੁਣੀ ਹੈ, ਭਏ ਕਿਰਪਾਲ ਭਨਿਓ ਬਚ ਫੇਰੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਮੁਖੋਂ ਬੋਲੇ ਆ, ਕਿਰਪਾ ਕਰਦੇ ਹੋਏ ਆ, ਹਮਰੇ ਦੁਆਰੇ ਮੁੰਡਨ ਕਰੋ। ਮਹਾਰਾਜ ਕਹਿੰਦੇ ਭਾਈ ਸ਼ੀਹਾਂ ਜੀ ਤੁਸੀਂ ਇਉਂ ਕਰੋ ਨਾ, ਖਡੂਰ ਸਾਹਿਬ ਹੀ ਆ ਜਾਓ, ਇੱਥੇ ਹੀ ਆਪਣੇ ਪੁੱਤਰ ਦਾ ਮੰਗਣਾ ਕਰ ਲਵੋ। ਔਰ ਕਾ ਭਰਮ ਸਰਬ ਪਰ ਹਰੋ। ਤੇ ਜਿਹੜਾ ਹਿਰਦੇ ਦਾ ਭਰਮ ਆ ਨਾ, ਉਹ ਜਠੇਰੇ ਆਦਿਕ ਗੁੱਸੇ ਹੋਣਗੇ, ਉਹਨਾਂ ਦਾ ਮਨੋਂ ਭਰਮੀ ਕੱਢ ਦਿਓ, ਤੁਸੀਂ ਖਡੂਰ ਸਾਹਿਬ ਆ ਜਾਓ। ਬਿਘਨ ਜਠੇਰਨ ਕੋ ਨਹਿ ਹੋਏ। ਅਸੀਂ ਇਹ ਜਾਓ ਤੁਹਾਨੂੰ ਵਰ ਦੇਨੇ ਆ ਵੀ ਇਹੋ ਜਿਹਾ ਕੋਈ ਵਿਘਨ ਨਹੀਂ ਪੈਣ ਦੇਵਾਂਗੇ, ਨਾ ਪਵੇਗਾ। ਸਿਮਰਹਾ ਸਤਨਾਮ ਦੁਖ ਖੋਏ। ਕਿਉਂਕਿ ਜਿਹੜਾ ਵਾਹਿਗੁਰੂ ਦਾ ਨਾਮ ਹੈ ਸਾਰਿਆਂ ਦੁੱਖਾਂ ਵਿਘਨਾਂ ਕਲੇਸ਼ਾਂ ਨੂੰ ਨਾਸ਼ ਕਰਨ ਵਾਲਾ ਹੈ। ਇਹ ਜਪਿਆ ਕਰੋ, ਜਪਣਾ ਕਰੋ। ਜਿਨ ਕੋ ਦੁਖਦਾਇਕ ਤੂੰ ਜਾਣੈ। ਤੇ ਜਿਹੜੇ ਆ ਜਠੇਰੇ ਆਦਿਕ ਨੂੰ ਵਡੇਰਿਆਂ ਨੂੰ ਤੂੰ ਦੁੱਖ ਦੇਣ ਵਾਲੇ ਜਾਣਦਾ ਹੈ। ਜੋ ਤੇਰੇ ਸਭ ਵਿਘਨ ਠਾਨੈ। ਤੇ ਤੈਨੂੰ ਇਉਂ ਪ੍ਰਤੀਤ ਹੁੰਦਾ ਵੀ ਸਾਰੇ ਤੇਰੇ ਵਿਘਨ ਪਾ ਦੇਣ
ਦੇਣਗੇ ਉਹ ਵਿਆਹ ਆਦਿਕ ਦੇ ਵਿੱਚ ਜਾਂ ਸ਼ੁਭ ਕੰਮਾਂ ਵਿੱਚ ਵਿਘਨ ਪਾਉਣਗੇ ਸਰਬ ਔਰ ਤੇ ਹੋਏ ਰਖਵਾਰੇ। ਤੇ ਇਹੀ ਤੇਰੇ ਸਾਰੇ ਪਾਸਿਓਂ ਰਖਵਾਰੇ ਬਣ ਜਾਣਗੇ। ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਤੇ ਨਾਮ ਦੀ ਏਡੀ ਮਹਿਮਾ ਹੈ। ਸਭ ਸੁਖ ਦੇਹ ਨ ਕਾਜ ਬਿਗਾਰੇ। ਕੋਈ ਤੇਰਾ ਕਾਜ ਨਹੀਂ ਵਿਗੜੇਗਾ, ਇਹੀ ਤੈਨੂੰ ਸਾਰੇ ਸੁਖ ਦੇਣਗੇ। ਅਜ ਸਗਰੇ ਅਬ ਦੀਜਹਿ ਛੋਰ। ਇਸ ਕਰਕੇ ਨਾ ਇਹ ਸਾਰੇ ਜਿਹੜੇ ਮਨ ਦੇ ਵਹਿਮ ਜੇ ਆ ਨਾ ਤੁਸੀਂ ਇਹ ਸ਼ੀਹਾਂ ਜੀ ਛੱਡ ਦੇਣਾ ਕਰੋ। ਅੱਜ ਬੱਕਰੇ ਨੂੰ ਕਹਿੰਦੇ ਵੈ ਆ ਜਿਹੜੇ ਅੱਜ ਹਨ ਬੱਕਰੇ ਆਦਿਕ 100 ਬੰਨਿਆ ਹੋਇਆ ਛੱਡ ਦੇਵੋ। ਨਰਕ ਨਿਹਾਰਹਿ ਨਹਿ ਦੁਖ ਘੋਰ। ਤੇ ਨਰਕ ਨਹੀਂ ਵੇਖਣਾ ਪਵੇਗਾ, ਨਾ ਭਾਰੀ ਦੁੱਖ ਸਹਿਣਾ ਪਵੇਗਾ। ਸੁਨੇ ਬਚਨ ਤਰ ਸ਼ਰਧਾ ਮਾਨੇ। ਇਉਂ ਮਹਾਰਾਜ ਦੇ ਹਿਰਦੇ ਵਿੱਚ ਸ਼ਰਧਾ ਰੱਖੀ, ਸਤਿਗੁਰਾਂ ਦੇ ਪ੍ਰਥਾਏ ਬਚਨ ਮੰਨਿਆ। ਹਾਥ ਜੋੜ ਆਪਣੋ ਹਿਤ ਜਾਣੇ। ਤੇ ਹੱਥ ਜੋੜਿਆ ਤੇ ਜਾਣਿਆ ਵੀ ਮਹਾਰਾਜ ਦੇ ਬਚਨਾਂ ਵਿੱਚ ਮੇਰਾ ਹੀ ਭਲਾ ਹੈ। ਅੱਜ ਖਲਾਸ ਤਿਸ ਛਿਨ ਸਭ ਕੀਨੇ। ਉਸੇ ਸਮੇਂ ਹੀ ਭਾਈ ਸ਼ੀਆਂ ਜੀ ਨੇ ਸਾਰੇ ਜਿਹੜੇ ਉਹ ਬੱਕਰੇ ਆਦਿਕ ਵੈ ਸਭ ਛੱਡ ਦਿੱਤੇ ਐ। ਗੁਰ ਕੇ ਚਰਨ ਕਮਲ ਮਨ ਲੀਨੇ। ਤੇ ਗੁਰੂ ਕੇ ਚਰਨ ਕਮਲਾਂ ਵਿੱਚ ਲੀਨ ਆਪਦੀ ਸੁਰਤ ਨੂੰ ਕੀਤਾ ਹੈ। ਜਾਏ ਸਦਨ ਸਭ ਜੇਤਕ ਤਿਆਰੀ। ਤੇ ਜਾ ਕੇ ਹੋਰ ਆਪਦੇ ਘਰ ਸ਼ੀਹਾਂ ਗਿਆ ਵੈ ਸਭ ਉਹ ਜਿਹੜੀ ਕਰਨੀ ਸੀ ਮੰਗਣੇ ਦੀ ਤਿਆਰੀ ਕੀਤੀ ਹੋਈ। ਆਨਤ ਭਾ ਗੁਰ ਕੇਰ ਅਗਾਰੀ। ਉਹ ਘਰੇ ਜਿੰਨਾ ਕੋ ਸਮਾਨ ਤਿਆਰ ਸੀ ਮਠਾਈਆਂ ਆਦਿਕ ਸਭ ਚੁੱਕ ਕਰਕੇ ਤੇ ਖਡੂਰ ਸਾਹਿਬ ਲੈ ਆਂਦਾ ਹੈ। ਆਪਣੇ ਬੰਧੂ ਤਹਾਂ ਹਕਾਰੇ। ਤੇ ਆਪਦੇ ਰਿਸ਼ਤੇਦਾਰਾਂ ਨੂੰ ਸਾਦੇ ਭੇਜ ਦਿੱਤੇ ਆ ਵੀ ਗੁਰੂ ਅੰਗਦ ਪਾਤਸ਼ਾਹ ਦੇ ਚਰਨਾਂ ਵਿੱਚ ਖਡੂਰ ਸਾਹਿਬ ਹੀ ਸਭ ਆਉਣਾ ਕਰੋ। ਬਾਹਰ ਪੁੱਤਰ ਕੋ ਸ੍ਰੀ ਗੁਰਦੁਆਰੇ। ਬਾੜੋ